ਗੱਜ ਵੱਜ ਕੇ ਉੱਚੀ ਆਵਾਜ਼ ਵਿੱਚ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਫਤਿਹ ਬੁਲਾਉਣ ਤੋਂ ਕਦੇ ਵੀ ਗੁਰੇਜ਼ ਨਾ ਕਰਿਆ ਕਰੋ। ਕਿਸੇ ਸਿਆਣੇ ਦਾ ਕਥਨ ਹੈ, ਜਿਹਦੀ ਰਾਗ ਵਿੱਚ ਫਤਿਹ ਉਹਦੀ ਜੱਗ ਵਿੱਚ ਫਤਿਹ। ਜਿਹੜਾ ਬੁਲਾਉਂਦਾ ਹੈ ਗੱਜ ਕੇ ਫਤਿਹ, ਉਸ ਨੂੰ ਮਿਲਦੀ ਹੈ ਭੱਜ ਕੇ ਫਤਿਹ। ਜੋ ਬੁਲਾਉਂਦਾ ਹੈ ਢਿੱਲੀ ਫਤਿਹ, ਉਹਨੂੰ ਨਹੀਂ ਕਦੇ ਮਿਲੀ ਫਤਿਹ। ਕਿਉਂਕਿ ਜਦ ਵੀ ਸਿੱਖ ਨੂੰ ਮਿਲਦਾ ਹੈ, ਸਾਡੇ ਰਹਿਤਨਾਮਿਆਂ ਦੇ ਬਚਨ ਨੇ, ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਜਦੋਂ ਸਿੱਖ ਨੂੰ ਮਿਲੇ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਵੇ। ਇੱਕ ਵਾਰ ਫਤਿਹ ਬੁਲਾਉਣ ਨਾਲ 2 ਵਾਰ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ। ਸੋ ਗੁਰਮੁਖ ਆਪ ਸਭ ਸੰਗਤਾਂ, ਸਤਿਕਾਰਯੋਗ ਸਰਦਾਰ ਕਰਮ ਸਿੰਘ ਜੀ ਬਾਜਵਾ, ਜੋ ਪਿਛਲੇ ਦਿਨੀ ਸਵਾਸਾਂ ਦੀ ਪੂੰਜੀ ਜੋ ਪਰਮੇਸ਼ਵਰ ਪਾਸੋਂ ਪ੍ਰਾਪਤ ਕਰਕੇ ਲੈ ਕੇ ਆਏ ਸਨ, ਸਵਾਸਾਂ ਦੀ ਪੂੰਜੀ ਨੂੰ ਭੁਗਤਦੇ ਹੋਏ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਨੇ। ਇਹਨਾਂ ਦੇ ਨਿਮਿਤ ਆਪ ਸਰਬੱਤ ਸੰਗਤਾਂ ਇਸ ਪਾਵਨ ਸਥਾਨ ਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਰਦਾਸ ਕਰਨ ਵਾਸਤੇ ਜੁੜ ਬੈਠੇ ਹੋ। ਗੁਰਮੁਖ ਪਿਆਰੇ ਕੀਰਤਨੀਏ ਸਿੰਘਾਂ ਨੇ ਗੁਰਬਾਣੀ ਕੀਰਤਨ ਕੀਤਾ ਹੈ। ਕੀਰਤਨ ਆਪ ਜੀ ਨੂੰ ਸਰਮੁਖ ਕਰਵਾਇਆ ਜਾ ਰਿਹਾ ਸੀ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ, ਕਹਿਤ ਕਬੀਰ ਸੁਨੋ ਰੇ ਸੰਤੋ ਹੋ, ਖੇਤ ਹੀ ਕਰੋ ਨਿਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵਜਲ ਮੇਰਾ। ਜਿਸ ਸ਼ਬਦ ਵਿੱਚ ਭਗਤ ਜੀ ਨੇ ਅੱਖਾਂ ਦਾ ਜ਼ਿਕਰ ਕੀਤਾ ਹੈ, ਨੱਕ ਦਾ ਜ਼ਿਕਰ ਕੀਤਾ ਹੈ, ਰਸਨਾਂ ਦਾ ਜ਼ਿਕਰ ਕੀਤਾ ਹੈ, ਤੇ ਇਹ ਜਿਹੜੇ ਨੇ ਇਹ ਮੇਰਾ ਕਹਿਆ ਨਹੀਂ ਮੰਨਦੇ। ਤੇ ਜਦੋਂ ਧਰਮ ਰਾਏ ਲੇਖਾ ਮੰਗਦਾ ਹੈ, ਜਦੋਂ ਧਰਮ ਰਾਏ ਸਾਡੇ ਕੋਲੋਂ ਲੇਖਾ ਪੁੱਛਦਾ ਹੈ, ਤੇ ਇਹ ਜਿਹੜੇ ਵਿਕਾਰ ਨੇ, ਜੋ ਇਹਨਾਂ ਇੰਦਰੀਆਂ ਨੇ ਵਿਕਾਰ ਭੋਗੇ, ਕਹਿੰਦੇ ਉਹ ਸਾਰੇ ਸਾਨੂੰ ਛੱਡ ਕੇ ਚਲੇ ਗਏ। ਤੇ ਸਾਡੇ ਕੋਲੋਂ ਲੇਖਾ ਫਿਰ ਧਰਮ ਰਾਏ ਨੇ ਪੁੱਛਿਆ, ਪੰਚ ਕਿਰਸਾਨਵਾ ਭਾਗ ਗਏ, ਲੈ ਬੰਧਿਓ ਜੀਓ ਦਰਬਾਰੀ। ਕਿ ਜਿਹੜੇ ਉਹ 5 ਕਿਰਸਾਨ, 5 ਜਿਹੜੇ ਵਿਕਾਰ ਸਨ, ਉਹ ਸਾਨੂੰ ਛੱਡ ਕੇ ਚਲੇ ਗਏ। ਤੇ ਇਸ ਆਤਮਾ ਨੂੰ ਬੰਨ੍ਹ ਕੇ ਲਿਜਾ ਕੇ ਉਸ ਦਰਗਾਹ ਦੇ ਵਿੱਚ, ਉਸ ਮਾਲਕ ਦੇ ਦਰਬਾਰ ਵਿੱਚ ਪੇਸ਼ ਕੀਤਾ। ਤੇ ਭਗਤ ਜੀ ਕਹਿੰਦੇ ਕਿ ਇਹ ਪਰਿਪੂਰਨ ਪਰਮਾਤਮਾ, ਇਹ ਪਰਮੇਸ਼ਰ, ਤੂੰ ਕਿਰਪਾ ਕਰਕੇ ਮੈਨੂੰ ਇਸ ਭਾਵ ਸਾਗਰ ਦੇ ਵਿੱਚੋਂ ਪਾਰ ਕਰ ਦੇ। ਖੇਤ ਹੀ ਕਰੋ ਨਿਬੇਰਾ। ਖੇਤ ਇੱਥੇ ਭਗਤ ਜੀ ਨੇ ਆਪਣੇ ਇਸ ਜੀਵਨ ਨੂੰ ਕਿਹਾ, ਉਹ ਵੀ ਖੇਤ ਹੈ ਜਿਸ ਵਿੱਚ ਖੇਤੀ ਬੀਜੀ ਜਾਂਦੀ ਹੈ, ਉਹ ਵੀ ਖੇਤ ਹੈ ਜਿੱਥੇ ਜੰਗ ਹੁੰਦੀ ਹੈ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨ ਛਾਡੈ ਖੇਤ। ਉਹ ਵੀ ਖੇਤ ਹੈ ਜਿੱਥੇ ਜੰਗ ਹੁੰਦੀ ਹੈ, ਲੜਾਈ ਹੁੰਦੀ ਹੈ, ਉਹ ਵੀ ਖੇਤ ਹੈ। ਜਿੱਥੇ ਅਸੀਂ ਫਸਲ ਬੀਜਦੇ ਹਾਂ, ਉਹ ਵੀ ਖੇਤ ਹੈ। ਇੱਥੇ ਇਸ ਜੀਵਨ ਨੂੰ ਵੀ ਭਗਤ ਜੀ ਨੇ ਕਿਹਾ ਹੈ ਕਿ ਇਹ ਖੇਤ ਹੈ, ਖੇਤ ਹੀ ਕਰੋ ਨਿਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਕਿ ਇਸ ਜੀਵਨ ਦੇ ਵਿੱਚੋਂ ਐ ਪਰਿਪੂਰਨ ਪਰਮਾਤਮਾ, ਤੂੰ ਮੇਰਾ ਨਿਬੇੜਾ ਕਰ। ਜੇਕਰ ਤੂੰ ਮੇਰਾ ਨਿਬੇੜਾ ਕਰ ਦੇਵੇਂ ਤੇ ਫਿਰ ਦੁਬਾਰਾ ਮੈਂ ਇਸ ਭਵ ਸਾਗਰ ਦੀ ਜਿਹੜੀਆਂ ਲਹਿਰਾਂ ਨੇ, ਇਹਦੀ ਚਪੇਟ ਵਿੱਚ ਨਾ ਆਵਾਂ। ਮੈਂ ਦੁਬਾਰਾ ਇਸ ਭਵ ਸਾਗਰ ਵਿੱਚ ਨਾ ਆਵਾਂ ਜੇਕਰ ਤੂੰ ਮੇਰਾ ਨਿਬੇੜਾ ਕਰਦਾ।
ਤੇ ਗੁਰਮੁਖੋ ਨਬੇੜਾ ਹੋਣਾ ਕਿਵੇਂ ਹੈ? ਨਬੇੜਾ ਹੋਣਾ ਹੈ ਪਰਮੇਸ਼ਰ ਦੀ ਬੰਦਗੀ ਕਰਕੇ, ਗੁਰੂ ਕੀ ਬਾਣੀ ਪੜ੍ਹ ਕੇ, ਸਿਮਰਨ ਕਰਕੇ, ਸੇਵਾ ਕਰਕੇ। ਜਿਹੜਾ ਗੁਰਮੁਖੋ ਇਹ ਸੰਸਾਰ ਹੈ, ਇਸ ਸੰਸਾਰ ਤੋਂ ਜਾਣ ਨੂੰ ਕਿਸੇ ਦਾ ਵੀ ਮਨ ਨਹੀਂ ਕਰਦਾ। ਕੋਈ ਵੀ ਇਸ ਸੰਸਾਰ ਤੋਂ ਜਾਣ ਲਈ ਤਿਆਰ ਨਹੀਂ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਸਰੀਰ ਦਾ ਤੇ ਆਤਮਾ ਦਾ ਸੰਵਾਦ, ਆਪਸੀ ਗੱਲਬਾਤ ਦਾ ਜ਼ਿਕਰ ਇੱਕ ਸ਼ਬਦ ਵਿੱਚ ਕੀਤਾ ਹੈ, ਜਿਸ ਵਿੱਚ ਜਿਹੜਾ ਸਰੀਰ ਹੈ ਉਹ ਪਤਨੀ ਹੈ ਤੇ ਜਿਹੜੀ ਆਤਮਾ ਹੈ ਉਹ ਪਤੀ ਹੈ। ਬੜੇ ਧਿਆਨ ਦੇ ਨਾਲ ਬੇਨਤੀ ਸੁਣਿਓ ਬੀਬੀਓ, ਗੱਲਾਂ ਨਾ ਕਰੋ। ਜਿਹੜੀ ਆਤਮਾ ਹੈ ਉਹ ਪਤੀ ਹੈ ਤੇ ਜਿਹੜਾ ਸਰੀਰ ਹੈ ਉਹ ਪਤਨੀ ਹੈ। ਤੇ ਜਿਹੜਾ ਪਤੀ ਭਾਵ ਆਤਮਾ ਹੈ ਉਹ ਸਰੀਰ ਵਿੱਚ ਵਸਦਾ ਹੈ, ਸਾਡੀ ਦੇਹ ਵਿੱਚ ਵਸਦਾ ਹੈ, ਤੇ ਦੋਵੇਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਨੇ। ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੇ। ਤੁਝੈ ਬਿਨਾ ਹੋ ਕਿਤ ਹੀ ਨਾ ਲੇਖੈ, ਵਚਨ ਦੇਹ ਛੋੜ ਨਾ ਜਾਸਾ ਹੈ। ਸਰੀਰ ਕਹਿੰਦਾ ਆਤਮਾ ਨੂੰ, ਧਨ ਕਹੇ ਤੂੰ ਵਸ ਮੈਂ ਨਾਲੇ, ਕਿ ਤੂੰ ਮੈਨੂੰ ਕਦੇ ਵੀ ਛੱਡ ਕੇ ਨਾ ਜਾਵੀਂ। ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੇ। ਤੁਝੇ ਬਿਨਾ ਹੋ ਕਿਤੇ ਹੀ ਨਾ ਲੇਖੈ, ਵਚਨ ਦੇਹ ਛੋੜ ਨਾ ਜਾਸਾ ਹੈ। ਦੇਹ ਕਹਿੰਦੀ ਹੈ ਆਤਮਾ ਨੂੰ ਕਿ ਤੂੰ ਮੈਨੂੰ ਵਚਨ ਦੇ, ਮੇਰੇ ਨਾਲ ਵਾਅਦਾ ਕਰ ਕਿ ਤੂੰ ਮੈਨੂੰ ਕਦੇ ਵੀ ਛੱਡ ਕੇ ਨਹੀਂ ਜਾਏਂਗਾ। ਆਪਸ ਵਿੱਚ ਗੱਲਾਂ ਕਰਦੇ ਨੇ ਦੇਹ ਅਤੇ ਆਤਮਾ। ਵਚਨ ਦੇ ਛੋੜ ਨਾ ਜਾਸਾ ਹੈ, ਕਹਿੰਦੀ ਵਾਅਦਾ ਕਰਕੇ ਤੂੰ ਮੈਨੂੰ ਕਦੇ ਵੀ ਛੱਡ ਕੇ ਨਹੀਂ ਜਾਏਂਗਾ। ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨ ਛੰਦਾ। ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਤੇ ਅੱਗੋਂ ਜਿਹੜੀ ਆਤਮਾ ਹੈ, ਜਿਹੜਾ ਪਤੀ ਹੈ, ਉਹ ਇਹ ਜਵਾਬ ਦਿੰਦਾ ਹੈ ਕਿ ਮੈਂ ਤੇ ਉਸ ਮਾਲਕ ਦੇ ਹੁਕਮ ਵਿੱਚ ਬੱਝਾ ਹੋਇਆ ਤੇਰੇ ਪਾਸ ਹਾਂ, ਤੇਰੇ ਅੰਦਰ ਬੈਠਾ ਹੋਇਆ ਹਾਂ। ਜਦੋਂ ਮੈਨੂੰ ਉਸ ਮਾਲਕ ਦਾ ਹੁਕਮ ਆ ਗਿਆ ਤੇ ਮੈਂ ਤੈਨੂੰ ਛੱਡ ਕੇ ਇੱਥੋਂ ਚਲੇ ਜਾਣਾ। ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨ ਛੰਦਾ। ਕਹਿੰਦੇ ਉਹ ਜਿਹੜਾ ਮਾਲਕ ਹੈ ਉਹ ਬੜਾ ਮਹਾਨ ਹੈ, ਉਹ ਬੜਾ ਤਾਕਤਵਰ ਹੈ, ਉਹਨੂੰ ਕਿਸੇ ਦੀ ਕੋਈ ਕਾਣ ਨਹੀਂ, ਕਿਸੇ ਦੀ ਉਹ ਕਾਣ ਨਹੀਂ ਮੰਨਦਾ। ਜਿਚਰ ਰੱਖੈ, ਜਿੰਨਾ ਸਮਾਂ ਉਹ ਕਹੇਗਾ, ਜਿੰਨਾ ਸਮਾਂ ਉਹਦਾ ਹੁਕਮ ਹੋਵੇਗਾ, ਤਿਚਰ ਤੁਮ ਸੰਗ ਰਹਿਣਾ, ਉਹਨਾਂ ਸਮਾਂ ਮੈਂ ਤੇਰੇ ਨਾਲ ਰਹਿਣਾ। ਜਾਂ ਸੱਦੇ ਤਾਂ ਊਠ ਸਿਧਾਸਾ ਹੈ, ਤੇ ਜਦੋਂ ਮੈਨੂੰ ਸੱਦਾ ਆ ਗਿਆ ਤੇ ਮੈਂ ਉੱਠ ਕੇ ਸਿਧਾਸਾ ਹੈ ਭਾਵ ਕਿ ਮੈਂ ਚਲੇ ਜਾਣਾ। ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਅੱਗੇ ਜਾ ਕੇ ਸਤਿਗੁਰੂ ਲਿਖਦੇ ਨੇ, ਆਈ ਆਗਿਆ ਫਿਰ ਉਹ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਊਠ ਸਿਧਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿੱਥਨ ਮੁਹਾਸਾ ਹੈ। ਕਹਿੰਦੇ ਉਸ ਮਾਲਕ ਦਾ ਹੁਕਮ ਆ ਗਿਆ, ਆਈ ਆ ਗਿਆ ਫਿਰ ਉਹ ਬੁਲਾਇਆ। ਮਾਲਕ ਨੇ ਸੱਦਿਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਫਿਰ ਕਦੇ ਆਤਮਾ ਨੇ ਸਰੀਰ ਦੇ ਕੋਲੋਂ ਥੋੜ੍ਹੀ ਪੁੱਛਿਆ ਕਿ ਮੈਂ ਤੈਨੂੰ ਛੱਡ ਕੇ ਜਾਵਾਂ ਕਿ ਨਾ ਜਾਵਾਂ, ਜਾਂ ਦੱਸਿਆ ਕਦੇ ਕਿ ਮੈਂ ਚੱਲਿਆ ਹਾਂ। ਆਈ ਆ ਗਿਆ ਫਿਰ ਉਹ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਊਠ ਸਿਧਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿੱਥਨ ਮੁਹਾਸਾ ਹੈ। ਗੁਰਮੁਖੋ ਜਦ ਵੀ ਉਸ ਮਾਲਕ ਦਾ ਹੁਕਮ ਹੁੰਦਾ ਹੈ, ਜੀਵ ਆਤਮਾ ਮਾਲਕ ਦੇ ਹੁਕਮ ਅਨੁਸਾਰ ਸਾਨੂੰ ਸਰੀਰ ਨੂੰ ਛੱਡ ਕੇ, ਸੰਸਾਰ ਨੂੰ ਛੱਡ ਕੇ ਇੱਥੋਂ ਚਲੇ ਜਾਂਦੀ ਹੈ। ਗੁਰੂ ਕੀ ਬਾਣੀ ਦਾ ਬਚਨ ਹੈ, ਜੇਹਾ ਚੀਰੇ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ।
ਉਸ ਮਾਲਕ ਦੇ ਹੁਕਮ ਨਾਲ ਹੀ ਜੀਵ ਸੰਸਾਰ ਤੇ ਆਉਂਦਾ ਹੈ ਤੇ ਮਾਲਕ ਦੇ ਹੁਕਮ ਦੇ ਅਨੁਸਾਰ ਹੀ ਜੀਵ ਸੰਸਾਰ ਤੋਂ ਚਲਿਆ ਜਾਂਦਾ ਹੈ। ਜਿੰਨੇ ਸਵਾਸ ਉਹ ਪਰਮੇਸ਼ਰ ਸਾਡੇ ਮੱਥੇ ਤੇ ਲਿਖ ਕੇ ਭੇਜਦਾ, ਸਾਨੂੰ ਗਿਣ ਕੇ ਦਿੰਦਾ ਹੈ, ਉਤਨੇ ਹੀ ਸਵਾਸ ਭੋਗ ਕੇ ਤੇ ਜੀਵ ਸੰਸਾਰ ਤੋਂ ਚਲਿਆ ਜਾਂਦਾ ਹੈ। ਜਦੋਂ ਕਦੇ ਕਿਸੇ ਦੇ ਘਰ ਵਿੱਚ ਕੋਈ ਛੋਟਾ ਜਿਹਾ ਬਾਲਕ ਜਨਮ ਲੈਂਦਾ ਹੈ, ਉਸ ਬਾਲਕ ਦੇ ਜਨਮ ਨੂੰ ਹਾਲੇ ਕੁਝ ਘੰਟੇ ਹੋਏ ਨੇ ਜਾਂ ਕੁਝ ਦਿਨ ਹੋਏ ਨੇ ਜਾਂ ਕੋਈ ਮਹੀਨਾ 2 ਮਹੀਨੇ ਹੋਏ ਨੇ, ਰਿਸ਼ਤੇਦਾਰ, ਕੋਈ ਭੈਣ ਭਰਾ, ਮਾਈਆਂ ਬੀਬੀਆਂ ਉਸ ਬੱਚੇ ਨੂੰ ਦੇਖਣ ਵਾਸਤੇ ਜਾਂਦੀਆਂ, ਆਪਣੀ ਗੋਦ ਵਿੱਚ ਲੈ ਕੇ ਸਿਰ ਤੇ ਪਿਆਰ ਦਿੰਦਿਆਂ ਹੋਇਆਂ ਇੱਕ ਅਸੀਸ ਦਿੰਦੀਆਂ ਨੇ। ਆਪਾਂ ਸਾਰੇ ਸੁਣਦੇ ਹਾਂ, ਵੇਖਦੇ ਹਾਂ। ਅਸੀਸ ਕੀ ਦਿੱਤੀ ਜਾਂਦੀ ਹੈ ਕਿ ਇਹ ਲੰਬੀ ਉਮਰ ਵਾਲਾ ਹੋਵੇ, ਇਹਦੀ ਉਮਰ ਲੰਬੀ ਹੋਵੇ। ਜਿਸ ਬੱਚੇ ਨੂੰ ਜਨਮ ਲੈ ਨੂੰ ਹਾਲੇ ਕੁਝ ਘੰਟੇ, ਕੁਝ ਦਿਨ ਜਾਂ ਕੁਝ ਮਹੀਨੇ ਹੋਏ ਨੇ, ਉਸ ਬੱਚੇ ਨੂੰ ਇਹ ਅਸੀਸ ਦੇਣ ਦੀ ਲੋੜ ਕਿਉਂ ਪਈ ਕਿ ਇਹ ਲੰਬੀ ਉਮਰ ਵਾਲਾ ਹੋਵੇ? ਕਿਉਂਕਿ ਗੁਰਮੁਖੋ ਸਾਨੂੰ ਇਹ ਪਤਾ ਹੈ ਕਿ ਜੋ ਜੀਵ ਸੰਸਾਰ ਤੇ ਆਉਂਦਾ ਹੈ ਉਹਨੂੰ ਸੰਸਾਰ ਤੋਂ ਇੱਕ ਦਿਨ ਜਾਣਾ ਜ਼ਰੂਰ ਪੈਂਦਾ ਹੈ। ਜਦੋਂ ਬੱਚਾ ਜਨਮ ਲੈਂਦਾ ਨਾ, ਤੇ ਬੱਚੇ ਦੇ ਜਨਮ ਲੈਂਦੇ ਸਾਰ ਸਵਾਸਾਂ ਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਨਣ ਘਾਲੇ ਦਾ ਸਭ ਦਿਵਸ ਸਾਰ, ਨੈ ਵੱਢਣ ਘਟਨ ਤਿਲ ਸਾਰ, ਕਿ ਸਾਹ ਸਾਨੂੰ ਪਰਮੇਸ਼ਰ ਗਿਣ ਕੇ ਦਿੰਦਾ ਹੈ। ਨਾ ਕੋਈ ਸਾਹ ਵੱਧਦਾ ਹੈ ਤੇ ਨਾ ਕੋਈ ਸਾਹ ਘਟਦਾ ਹੈ। ਪਹਿਲਾ ਸਾਹ ਆਇਆ ਤੇ ਬੰਦਾ ਅਖੀਰਲੇ ਸਾਹ ਵੱਲ ਨੂੰ ਤੁਰਨਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਗਿਣ ਕੇ ਦਿੱਤੇ ਨੇ। ਇੱਕ ਇੱਕ ਸਵਾਸ ਕਰਕੇ ਸਾਡਾ ਜਿਹੜਾ ਸਮਾਂ ਹੈ ਗੁਰਮੁਖੋ ਉਹ ਖਤਮ ਹੋ ਰਿਹਾ ਹੈ। ਸਾਡਾ ਜਿਹੜਾ ਸਰੀਰ ਹੈ ਇਹ ਛਿਨ ਹੋ ਰਿਹਾ, ਸਾਡਾ ਸਰੀਰ ਕਮਜ਼ੋਰ ਹੋ ਰਿਹਾ, ਕਿਉਂਕਿ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਕਹਿੰਦੇ ਕਿ ਜਿਵੇਂ ਛਿਨ ਛਿਨ ਕਰਕੇ ਸਾਡਾ ਇਹ ਸਮਾਂ, ਸਵਾਸ ਕਰਕੇ ਸਾਡਾ ਇਹ ਸਮਾਂ ਖਤਮ ਹੁੰਦਾ ਜਾ ਰਿਹਾ, ਭਾਵ ਕਿ ਸਰੀਰ ਰੂਪੀ ਮਿੱਟੀ ਦੇ ਭਾਂਡੇ ਵਿੱਚੋਂ ਇੱਕ ਇੱਕ ਬੂੰਦ ਰੂਪੀ ਸਵਾਸ ਜਿਹੜੇ ਨੇ ਇਹ ਨਿਕਲਦੇ ਜਾ ਰਹੇ ਨੇ ਤੇ ਮੁੱਕਦੇ ਜਾ ਰਹੇ ਨੇ। ਸਤਿਗੁਰਾਂ ਨੇ ਗੁਰਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ ਹੈ। ਵੈਸੇ ਤੇ ਬਹੁਤ ਸਾਰੇ ਪ੍ਰਮਾਣ ਨੇ ਜਿਹੜੇ ਸਾਡੇ ਸਰੀਰ ਵਾਸਤੇ ਸਤਿਗੁਰਾਂ ਨੇ ਜਿਨ੍ਹਾਂ ਦੀ ਵਰਤੋਂ ਕੀਤੀ ਹੈ। ਸਤਿਗੁਰੂ ਕਹਿੰਦੇ ਕਿ ਸਰੀਰ ਜਿਹੜਾ ਹੈ ਇਹ ਦੀਵਾ ਹੈ, ਇਹਦੇ ਅੰਦਰ ਸਵਾਸਾਂ ਦਾ ਤੇਲ ਵਲਦਾ ਹੈ, ਸਵਾਸਾਂ ਦਾ ਤੇਲ, ਤੇ ਤੇਲ ਤੋਂ ਬਿਨਾਂ ਦੀਵਾ ਨਹੀਂ ਬਲ ਸਕਦਾ। ਜੇਕਰ ਸੁੱਕੀ ਬੱਤੀ ਨੂੰ ਕਿਤੇ ਅੱਗ ਲਾਈਏ ਤੇ ਉਹ ਕੁਝ ਹੀ ਸਮੇਂ ਦੇ ਵਿੱਚ ਬੱਤੀ ਸੜ ਕੇ ਸੁਆਹ ਹੋ ਜਾਂਦੀ ਹੈ। ਜੇਕਰ ਉਸ ਦੀਵੇ ਵਿੱਚ ਤੇਲ ਪਾਇਆ ਹੋਵੇ ਤੇ ਉਹ ਬੱਤੀ ਫਿਰ ਬਹੁਤ ਲੰਬਾ ਸਮਾਂ ਚੱਲਦੀ ਹੈ, ਜਦ ਤੱਕ ਉਹਦੇ ਵਿੱਚ ਤੇਲ ਮੌਜੂਦ ਹੈ। ਜੇਕਰ ਤੇਲ ਖਤਮ ਹੋ ਗਿਆ ਤਾਂ ਗੁਰਮੁਖ ਬੱਤੀ ਬੁਝ ਜਾਂਦੀ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਤਿਗੁਰ ਕਹਿੰਦੇ ਜਬ ਲੱਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਅਰੇ ਬੌਰੇ ਤੋਹੇ ਘੜੀ ਨਾ ਰੱਖੈ ਕੋਈ। ਕਹਿੰਦੇ ਇਹ ਕਮਲੇ ਜੀਵ, ਤੈਨੂੰ ਇੱਕ ਘੜੀ ਵੀ ਤੇਰੇ ਘਰਦਿਆਂ ਨੇ ਘਰ ਨਹੀਂ ਰੱਖਣਾ। ਅਰੇ ਬੌਰੇ ਤੋਹੇ ਘੜੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਕਾ ਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ। ਘਟ ਫੂਟੈ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਗੁਰਮੁਖੋ ਘਰ ਵਿੱਚ ਕੋਈ ਐਸਾ ਕਿਤੇ ਭਾਣਾ ਵਾਪਰਦਾ ਹੈ, ਕਿਸੇ ਰਿਸ਼ਤੇਦਾਰ ਨੂੰ, ਕਿਸੇ ਸਕੇ ਸੰਬੰਧੀ ਨੂੰ ਜਦੋਂ ਆਪਾਂ ਸੁਨੇਹਾ ਦੇਈਏ ਨਾ, ਤੇ ਅੱਗੋਂ ਸਾਨੂੰ ਪਤਾ ਕੀ ਜਵਾਬ ਮਿਲਦਾ ਹੈ? ਅੱਗੋਂ ਜਵਾਬ ਸਾਨੂੰ ਇਹ ਮਿਲਦਾ ਹੈ ਕਿ ਦੱਸੋ ਸੰਸਕਾਰ ਕਦੋਂ ਕਰਨਾ ਹੈ।
ਇਹਨੂੰ ਕੱਢਣਾ ਕਿੰਨੇ ਵਜੇ ਹੈ। ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਇਹਨੂੰ ਰੱਖਣਾ ਕਿੰਨਾ ਚਿਰ ਹੈ। ਕਹਿੰਦੇ ਇਹ ਦੱਸੋ ਕਿ ਸੰਸਕਾਰ ਕਦੋਂ ਕਰਨਾ ਹੈ। ਤੇ ਸਤਿਗੁਰੂ ਕਹਿੰਦੇ ਇਹ ਕਮਲੇ ਜੀਵ ਰੇ ਬੌਰੇ ਤੋਹੇ ਘਰੀ ਨ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਕਾ ਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ। ਕਿਹੜੀ ਮਾਂ ਕਿਹੜਾ ਬਾਪ, ਘੱਟ ਫੂਟੈ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਕਹਿੰਦੇ ਕਿ ਜਦੋਂ ਇਹ ਘੜਾ ਟੁੱਟ ਗਿਆ ਨਾ ਤੇ ਤੇਰੇ ਘਰਦਿਆਂ ਨੇ ਤੈਨੂੰ ਬਾਹਰ ਲੈ ਕੇ ਤੁਰ ਪੈਣਾ। ਦੇਹਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਲੱਟ ਛਿਟਕਾਏ ਤਿਰਿਆ ਰੋਵੈ, ਹੰਸ ਅਕੇਲਾ ਜਾਈ। ਕਹਿੰਦੇ ਕਿ ਮਾਂ ਡਿਓੜੀ 'ਚ ਬੈਠੀ ਹੋਈ ਰੋਂਦੀ ਹੈ। ਚਾਰ ਭਰਾ ਉਸ ਮੰਜੀ ਨੂੰ ਚੱਕ ਕੇ ਮੋਢਿਆਂ 'ਤੇ ਤੁਰ ਪੈਂਦੇ ਨੇ। ਦੇਹਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਮੰਜੀ ਭਰਾ ਚੁੱਕ ਕੇ ਲੈ ਗਏ, ਲੱਟ ਛਿਟਕਾਏ ਤਿਰਿਆ ਰੋਵੈ, ਹੰਸ ਅਕੇਲਾ ਜਾਈ। ਜਿਹੜੀ ਘਰ ਵਾਲੀ ਹੈ ਉਹ ਆਪਣੀਆਂ ਜ਼ੁਲਫਾਂ ਖਿਲਾਰ ਕੇ ਰੋਂਦੀ ਹੈ, ਵੈਣ ਪਾਉਂਦੀ ਹੈ। ਪਰ ਸਤਿਗੁਰੂ ਕਹਿੰਦੇ ਕਿ ਲੇਖਾ ਦੇਣ ਵਾਸਤੇ ਹੰਸ ਅਕੇਲਾ ਜਾਈ, ਭਾਵ ਜੀਵ ਆਤਮਾ ਨੂੰ ਇਕੱਲਿਆਂ ਜਾਣਾ ਪੈਂਦਾ ਹੈ। ਆਸਾ ਦੀ ਵਾਰ ਦੀ ਬਾਣੀ ਆਪਾਂ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਆਪੇ ਭਾਂਡੇ ਸਾਜੀਅਨ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਐ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਭਵ ਸਾਗਰ ਨੂੰ ਤਰਿਆ ਕਿਵੇਂ ਜਾਣੇ। ਭਾਈ ਸਾਹਿਬ ਜੀ ਕੀਰਤਨ ਕਰ ਰਹੇ ਸਨ, ਸ਼ਬਦ ਸੁਣਾ ਰਹੇ ਸਨ। ਕਹਿਤ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕਉ, ਬਹੁਰ ਨ ਭਵਜਲ ਫੇਰਾ। ਭਗਤ ਜੀ, ਭਗਤ ਕਬੀਰ ਸਾਹਿਬ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ। ਤੇ ਭਗਤ ਜੀ ਕਹਿੰਦੇ ਨੇ ਕਿ ਕਹਿਤ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨ ਭਵਜਲ ਫੇਰਾ। ਭਵਜਲ ਫੇਰਾ ਕਿਉਂ ਨਹੀਂ ਹੋਏਗਾ, ਕਿਵੇਂ ਨਹੀਂ ਹੋਏਗਾ? ਗੁਰਮੁਖੋ ਭਵਜਲ ਫੇਰਾ ਤਾਂ ਨਹੀਂ ਹੋਣਾ ਜੇਕਰ ਆਪਾਂ ਆਪਣੇ ਜੀਵਨ ਦੇ ਵਿੱਚ ਬੰਦਗੀ ਕਰਾਂਗੇ, ਸੇਵਾ ਕਰਾਂਗੇ, ਸਿਮਰਨ ਕਰਾਂਗੇ। ਪ੍ਰਮਾਣ ਸਤਿਗੁਰਾਂ ਨੇ ਦਿੱਤਾ। ਕਹਿੰਦੇ ਘੁਮਿਆਰ ਨੇ ਇੱਕ ਖੇਤ ਵਿੱਚੋਂ ਮਿੱਟੀ ਪੁੱਟੀ, ਇੱਕੋ ਜਿਹਾ ਪਾਣੀ ਪਾ ਕੇ ਮਿੱਟੀ ਨੂੰ ਗੁੰਨਿਆ, ਇੱਕੇ ਚੱਕ ਤੇ ਚਾੜ ਕੇ ਭਾਂਡਾ ਤਿਆਰ ਕੀਤਾ, ਇੱਕੋ ਜਿਹੀ ਅੱਗ ਵਿੱਚ ਰੱਖ ਕੇ ਭਾਂਡੇ ਨੂੰ ਉਹਨੇ ਪਕਾਇਆ। ਤੇ ਜਦੋਂ ਉਹ ਭਾਂਡੇ ਬਾਜ਼ਾਰ ਵਿੱਚ ਵਿਕਣ ਵਾਸਤੇ ਗਏ ਤੇ ਕੋਈ ਇੱਕ ਭਾਂਡੇ ਨੂੰ ਲੈ ਜਾਂਦਾ ਤੇ ਉਹਦੇ ਵਿੱਚ ਅੰਮ੍ਰਿਤ ਵਰਗਾ ਦੁੱਧ, ਦਹੀਂ, ਮੱਖਣ ਆਦਿ ਪਾ ਕੇ ਰੱਖਦਾ, ਤੇ ਕੋਈ ਭਾਂਡਾ ਐਸਾ ਹੁੰਦਾ ਕਿ ਉਹ ਸਾਰਾ ਦਿਨ ਚੁੱਲ੍ਹੇ ਤੇ ਪਿਆ ਹੋਇਆ ਸੜਦਾ ਰਹਿੰਦਾ। ਮਿੱਟੀ ਵੀ ਇੱਕ ਸੀ, ਕਾਰੀਗਰ ਵੀ ਇੱਕ ਸੀ, ਪਾਣੀ ਵੀ ਇੱਕੋ ਜਿਹਾ ਪਿਆ, ਇੱਕੋ ਜਿਹੇ ਚੱਕ ਤੇ ਚੜਾ ਕੇ ਭਾਂਡਾ ਤਿਆਰ ਹੋਇਆ, ਇੱਕੋ ਜਿਹੀ ਅੱਗ ਵਿੱਚ ਪਕਾਇਆ। ਪਰ ਭਾਂਡੇ ਦਾ ਆਪੋ ਆਪਣਾ ਨਸੀਬ ਕਿ ਕੋਈ ਭਾਂਡੇ ਨੂੰ ਲੈ ਗਿਆ ਤੇ ਉਹਦੇ ਵਿੱਚ ਦੁੱਧ, ਮੱਖਣ, ਦਹੀਂ ਆਦਿ ਪਾ ਕੇ ਰੱਖਦਾ, ਘਿਓ ਆਦਿ ਪਾ ਕੇ ਰੱਖਦਾ, ਤੇ ਕਿਸੇ ਭਾਂਡੇ ਦਾ ਐਸਾ ਨਸੀਬ ਕਿ ਉਸ ਭਾਂਡੇ ਦੇ ਵਿੱਚ ਉਹ ਭਾਂਡਾ ਜਿਹੜਾ ਸਾਰਾ ਦਿਨ ਚੁੱਲ੍ਹੇ ਤੇ ਪਿਆ ਹੋਇਆ ਸੜਦਾ ਰਹਿੰਦਾ ਹੈ। ਇੱਕ ਇਤਿਹਾਸ ਵਿੱਚ ਇੱਕ ਸਾਖੀ ਇਤਿਹਾਸਕਾਰਾਂ ਨੇ ਲਿਖੀ ਹੈ। ਸਤਿਗੁਰੂ ਥਾਂ ਤੇ ਇਹ ਜ਼ਿਕਰ ਕਰਦੇ ਨੇ, ਸਾਨੂੰ ਸਮਝਾਉਂਦੇ ਨੇ ਕਿ ਬੰਦਿਆ ਕਿਸੇ ਗੱਲ ਦਾ ਮਾਣ ਨਾ ਕਰ, ਨਾ ਤੂੰ ਮਾਇਆ ਦਾ ਮਾਣ ਕਰ, ਨਾ ਤੂੰ ਪਰਿਵਾਰ ਦਾ ਮਾਣ ਕਰ, ਨਾ ਤੂੰ ਜਾਇਦਾਦ ਦਾ ਮਾਣ ਕਰ, ਤੂੰ ਕਿਸੇ ਗੱਲ ਦਾ ਮਾਣ ਨਾ ਕਰ। ਤੇਰੇ ਕੋਲ ਬੇਸ਼ੱਕ ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਕਹਿੰਦੇ ਕਿ ਜੇਕਰ ਪ੍ਰਮਾਤਮਾ ਦਾ ਨਾਮ ਚੇਤੇ ਨਹੀਂ, ਇਹ ਮਹਿਲ ਮਾੜੀਆਂ ਭਾਵੇਂ ਉਹ ਮੋਤੀਆਂ ਨਾਲ ਉਸਾਰੇ ਹੋਣ, ਰਤਨਾਂ ਦੇ ਵਿੱਚ ਜੜਤ ਹੋਈ ਹੋਵੇ,
ਉਹ ਕਿਸੇ ਕੰਮ ਨਹੀਂ ਜੇਕਰ ਪਰਮੇਸ਼ਰ ਦਾ ਨਾਮ ਤੇਰੇ ਪੱਲੇ ਨਹੀਂ। ਜੇ ਪਰਮੇਸ਼ਰ ਦਾ ਨਾਮ ਪੱਲੇ ਨਹੀਂ ਤੇ ਸੰਸਾਰ ਸਾਗਰ ਨੂੰ ਤਰਿਆ ਨਹੀਂ ਜਾਣਾ। ਬੰਦਾ ਮਾਇਆ ਦਾ ਹੰਕਾਰ ਕਰਦਾ ਹੈ, ਜਾਇਦਾਦ ਦਾ ਹੰਕਾਰ ਕਰਦਾ ਹੈ, ਪਰਿਵਾਰ ਦਾ, ਧੀਆਂ ਪੁੱਤਰਾਂ ਦਾ ਹੰਕਾਰ ਕਰਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਕਿ ਜਿਸ ਮਾਇਆ ਨੂੰ ਤੂੰ ਆਪਣੀ ਪਤਨੀ ਵਾਂਗ ਪਿਆਰ ਕਰਦਾ ਹੈ, ਜਿਸ ਜਾਇਦਾਦ ਨੂੰ ਤੂੰ ਆਪਣੀ ਪਤਨੀ ਵਾਂਗ ਪਿਆਰ ਕਰਦਾ ਹੈ, ਇਹ ਸੜ ਜਾਂਦੀ ਹੈ, ਇਹ ਚਲੇ ਜਾਂਦੀ ਹੈ ਤੇ ਬੰਦਾ ਇਸ ਨੂੰ ਰੋਂਦਾ ਹੈ। ਜਦੋਂ ਬੰਦਾ ਚਲੇ ਜਾਂਦਾ ਹੈ ਤੇ ਇਹ ਵਸਤੂਆਂ ਕਦੇ ਗੁਰਮੁਖ ਬੰਦੇ ਨੂੰ ਨਹੀਂ ਰੋਂਦੀਆਂ। ਕਦੇ ਕਿਸੇ ਨੇ ਵੇਖਿਆ ਕਿ ਕਾਰ ਰੋਂਦੀ ਹੋਵੇ, ਕੋਠੀ ਰੋਂਦੀ ਹੋਵੇ, ਜ਼ਮੀਨ ਰੋਂਦੀ ਹੋਵੇ? ਬੰਦਾ ਇਹਨਾਂ ਵਸਤੂਆਂ ਨੂੰ ਰੋਂਦਾ ਹੈ, ਪਰ ਇਹ ਵਸਤੂਆਂ ਬੰਦੇ ਵਾਸਤੇ ਨਹੀਂ ਰੋਂਦੀਆਂ। ਕਿਉਂਕਿ ਜੇ ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਖਸਮ ਮਰਦਾ ਤੇ ਇਹ ਨਾਰ ਭਾਵ ਇਹ ਵਸਤੂਆਂ ਉਸ ਮਾਲਕ ਨੂੰ ਨਹੀਂ ਰੋਂਦੀਆਂ। ਉਸ ਰਖਵਾਰਾ ਔਰੋ ਹੋਵੈ, ਉਹਨੂੰ ਸਾਂਭਣ ਵਾਲੇ ਕਈ ਆ ਜਾਂਦੇ ਨੇ। ਇੱਕ ਰਾਜਾ ਹੋਇਆ ਸਮਰਕੰਦ ਨਾਮ ਦਾ ਰਾਜਾ, ਜਿਸ ਦੇ ਰਾਜ ਵਿੱਚ ਇੱਕ ਫਕੀਰ ਗਿਆ, ਉਹਦੇ ਦਰਵਾਜ਼ੇ ਤੇ ਜਾ ਕੇ ਦਸਤਕ ਦਿੱਤੀ। ਸੰਤਰੀ ਨੇ ਦਰਵਾਜ਼ਾ ਖੋਲ੍ਹਿਆ, ਪੁੱਛਿਆ ਫਕੀਰ ਸਾਈਂ ਕੀ ਕੰਮ ਹੈ? ਕਹਿਣ ਲੱਗਾ ਜੀ ਮੈਂ ਇਸ ਸਰਾਂ ਵਿੱਚ ਰਾਤ ਰਹਿਣਾ। ਰਾਜੇ ਦੇ ਮਹਿਲ ਨੂੰ ਉਹ ਸਰਾਂ ਦੱਸਦਾ, ਕਹਿੰਦਾ ਇਸ ਸਰਾਂ ਵਿੱਚ ਮੈਂ ਰਾਤ ਰਹਿਣਾ। ਸੰਤਰੀ ਕਹਿੰਦਾ ਇਹ ਰਾਜੇ ਦਾ ਮਹਿਲ ਹੈ। ਫਕੀਰ ਜੀ ਤੁਸੀਂ ਰਾਤ ਕੱਟਣੀ ਹੈ ਤੇ ਸ਼ਹਿਰ ਵਿੱਚ ਚਲੇ ਜਾਓ, ਉੱਥੇ ਅਸੀਂ ਸਰਾਂ ਬਣਾਈ ਹੋਈ ਹੈ, ਉੱਥੇ ਰਾਤ ਕੱਟ ਕੇ ਆਪਣੀ ਅਗਲੀ ਮੰਜ਼ਿਲ ਵੱਲ ਚਲੇ ਜਾਇਓ। ਫਕੀਰ ਫਿਰ ਕਹਿੰਦਾ ਕਿ ਨਹੀਂ ਮੈਂ ਤੇ ਇਸੇ ਸਰਾਂ ਵਿੱਚ ਰਹਿਣਾ। ਸੰਤਰੀ ਨੇ ਫਿਰ ਸਮਝਾਇਆ ਕਿ ਇਹ ਰਾਜੇ ਦਾ ਮਹਿਲ ਹੈ, ਇੱਥੇ ਰਾਜੇ ਦਾ ਪਰਿਵਾਰ ਵਸਦਾ, ਤੂੰ ਇੱਥੇ ਨਹੀਂ ਰਹਿ ਸਕਦਾ। ਰਾਜੇ ਨੂੰ ਪਤਾ ਲੱਗਾ, ਰਾਜਾ ਸਮਰਕੰਦ ਬਾਹਰ ਆਇਆ, ਆ ਕੇ ਸੰਤਰੀ ਨੂੰ ਪੁੱਛਦਾ ਹੈ ਕਿ ਕੀ ਗੱਲ ਹੈ? ਕਹਿੰਦੇ ਜੀ ਆ ਫਕੀਰ ਇੱਕ ਆਇਆ, ਫਕੀਰ ਕਹਿੰਦਾ ਕਿ ਤੁਹਾਡੇ ਮਹਿਲ ਵਿੱਚ ਰਹਿਣਾ, ਇਹਨੂੰ ਸਰਾਂ ਦੱਸਦਾ। ਰਾਜੇ ਨੇ ਵੀ ਆਖਿਆ ਕਿ ਫਕੀਰ ਸਾਈਂ ਜਿਹਨੂੰ ਤੁਸੀਂ ਸਰਾਂ ਕਹਿ ਰਹੇ ਹੋ, ਇਹ ਸਰਾਂ ਨਹੀਂ, ਇਹ ਸਾਡਾ ਮਹਿਲ ਹੈ, ਇੱਥੇ ਮੇਰਾ ਪਰਿਵਾਰ ਵਸਦਾ, ਤੁਸੀਂ ਇੱਥੇ ਨਹੀਂ ਰਹਿ ਸਕਦੇ। ਤੁਸੀਂ ਸਰਾਂ ਵਿੱਚ ਜਾਓ, ਸਰਾਂ ਵਿੱਚ ਜਾ ਕੇ ਰਾਤ ਕੱਟ ਕੇ ਸਵੇਰੇ ਆਪਣੀ ਮੰਜ਼ਿਲ ਵੱਲ ਚਲੇ ਜਾਇਓ। ਉਸ ਬਹਿਲੋਲ ਨਾਮ ਦੇ ਫਕੀਰ ਨੇ ਰਾਜੇ ਸਮਰਕੰਦ ਨੂੰ ਸਵਾਲ ਕੀਤਾ, ਰਾਜਨ ਤੇਰੇ ਤੋਂ ਪਹਿਲਾਂ ਇੱਥੇ ਕੌਣ ਸੀ? ਉਹ ਕਹਿੰਦਾ ਜੀ ਮੇਰਾ ਬਾਪ। ਕਹਿੰਦੇ ਉਹ ਤੋਂ ਪਹਿਲਾਂ ਕੌਣ ਸੀ? ਮੇਰਾ ਦਾਦਾ। ਉਹ ਤੋਂ ਪਹਿਲਾਂ ਕੌਣ ਸੀ? ਮੇਰਾ ਪੜਦਾਦਾ। ਤੇਰੇ ਤੋਂ ਬਾਅਦ ਕਹਿੰਦੇ ਇੱਥੇ ਕੌਣ ਹੋਏਗਾ? ਕਹਿੰਦਾ ਜੀ ਮੇਰਾ ਪੁੱਤਰ ਰਾਜਾ ਬਣੇਗਾ, ਇਸ ਮਹਿਲ ਦਾ ਮਾਲਕ ਬਣੇਗਾ। ਫਕੀਰ ਕਹਿਣ ਲੱਗਾ ਰਾਜਨ ਤੂੰ ਕਿੱਥੇ ਜਾਣਾ ਹੈ? ਰਾਜਾ ਕਹਿੰਦਾ ਜੀ ਮੈਂ ਤੇ ਫੌਤ ਹੋ ਜਾਣਾ, ਭਾਵ ਕਿ ਮੈਂ ਤੇ ਮਰ ਜਾਣਾ। ਜੇ ਮੈਂ ਮਰ ਗਿਆ ਤੇ ਮੇਰੇ ਤੋਂ ਬਾਅਦ ਮੇਰਾ ਪੁੱਤਰ ਹੀ ਮਾਲਕ ਬਣੇਗਾ। ਫਕੀਰ ਕਹਿੰਦਾ ਰਾਜਨ ਜੇਕਰ ਤੇਰੇ ਦਾਦੇ ਪੜਦਾਦੇ ਤੇਰਾ ਬਾਪ ਇੱਥੇ ਨਹੀਂ ਰਿਹਾ, ਤੂੰ ਵੀ ਇੱਥੇ ਨਹੀਂ ਰਹਿਣਾ, ਰਾਤ ਕੱਟ ਕੇ ਚਲੇ ਜਾਣਾ, ਫਿਰ ਇਹ ਸਰਾਂ ਹੈ, ਇਹ ਮਹਿਲ ਨਹੀਂ। ਫਿਰ ਤੂੰ ਇਹਨੂੰ ਮਹਿਲ ਕਿਉਂ ਕਹਿੰਦਾ? ਮਹਿਲ ਤਾਂ ਉਹ ਹੈ ਜਿੱਥੇ ਹਮੇਸ਼ਾ ਰਹਿਣਾ ਹੋਵੇ। ਤੇ ਸਤਿਗੁਰ ਕਹਿੰਦੇ ਜਿਸ ਘਰ ਮਹਿ ਤੁਧ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਬੰਦਾ ਦੁਨਿਆਵੀ ਘਰ ਤਾਂ ਬਹੁਤ ਬਣਾਉਂਦਾ ਹੈ, ਪਰ ਜਿਸ ਘਰ ਵਿੱਚ ਬੰਦੇ ਦਾ ਸਦੀਵੀ ਨਿਵਾਸ ਹੋਣਾ, ਉਸ ਘਰ ਦੀ ਬਿਲਕੁਲ ਵੀ ਚਿੰਤਾ ਨਹੀਂ ਕਰਦਾ। ਸੋ ਘਰ ਚੀਤ ਨਾ ਆਇਓ। ਫਕੀਰ ਕਹਿੰਦਾ ਰਾਜਨ ਫਿਰ ਇਹ ਮਹਿਲ ਥੋੜ੍ਹੀ ਹੈ, ਇਹ ਤੇ ਸਰਾਂ ਹੈ। ਉਹ ਫਕੀਰ ਬਹਿਲੋਲ ਰਾਜੇ ਨੂੰ ਕਹਿਣ ਲੱਗਾ ਰਾਜਨ ਗਫਲਤ ਦੀ ਨੀਂਦ ਵਿੱਚੋਂ ਜਾਗ, ਤੂੰ ਗਫਲਤ ਦੀ ਨੀਂਦ ਵਿੱਚ ਸੁੱਤਾ ਹੋਇਆ। ਉਹ ਫਕੀਰ ਕਹਿਣ ਲੱਗਾ ਰਾਜਨ ਕਿਤੇ ਮੈਂ ਵੀ ਰਾਜਾ ਸਾਂ, ਮੈਨੂੰ ਸੁਰਤ ਆ ਗਈ, ਮੈਨੂੰ ਜਾਗ ਆ ਗਈ, ਮੈਂ ਖੁਦਾ ਦੀ ਬੰਦਗੀ ਕਰਨ ਲੱਗ ਪਿਆ। ਰਾਜਾ ਸਮਰਕੰਦ ਉਸ ਬਹਿਲੋਲ ਫਕੀਰ ਨੂੰ ਕਹਿਣ ਲੱਗਾ ਫਕੀਰ ਸਾਈਂ ਜੇਕਰ ਤੁਸੀਂ ਰਾਜੇ ਸੀ ਤੇ ਫਕੀਰੀ ਧਾਰਨ ਕਿਵੇਂ ਕਰ ਲਈ? ਫਕੀਰ ਕਿਵੇਂ ਬਣ ਗਏ? वो बहलोल कहने लगा कहते एक दिन की बात है हम टहलने को निकले थे बड़ी ही शान से,
इधर देखा तो शमशान थे, इधर देखा तो कब्रिस्तान थे। टहलते टहलते एक मुर्दे की खोपड़ी मेरे पैर को लगी और मुझे कहने लगी, ऐ गफलत की नींद में सोए हुए गाफिल, जरा संभल के चल, जिसको ठोकर मारते हो वो भी कभी सुल्तान थे। और फकीर बहलोर कहने लगा, राजन मैनू अकल आ गई, मैनू सुरत आ गई, मैनू जाग आ गई कि इत्थे ते सुल्तानां दे सुल्तान भी नहीं रहे, वो भी संसार तो चले गए, ते बहलोल रहना संसार ते तू भी नहीं। इस करके राजन मैं उस दिन तो बाद ये होका देंदा फिरदा हाँ मुआशरे विच कि गफलत की नींद विचों जागो, गफलत की नींद विचों जागो, खुदा की बंदगी करो, परमेश्वर की बंदगी करो। गुरमुखो, जिहड़ा परमेश्वर की बंदगी करदा है, जिहड़ा परमेश्वर का सिमरन करदा है, सेवा करदा है, वो इस भाव सागर तो तर सकदा है। जिहड़ा बंदगी नहीं करदा, सेवा सिमरन नहीं करदा, वो कदे भी भाव सागर तो तर नहीं सकदा। सतगुरु कहंदे सब इकट्ठे होए आया, घर जासन वाट वटाया, गुरमुख लाहा लै गए, मनमुख चले मूल गवाए जियो। ਜਿਹੜਾ ਗੁਰਮੁਖ ਹੈ ਕਹਿੰਦੇ ਕਿ ਬਹੁਤ ਲੋਕ ਸੰਸਾਰ ਤੇ ਇਕੱਠੇ ਆਉਂਦੇ ਨੇ, ਬਹੁਤ ਲੋਕ ਸੰਸਾਰ ਤੋਂ ਇਕੱਠੇ ਚਲੇ ਵੀ ਜਾਂਦੇ ਨੇ, ਕਿਉਂਕਿ ਸੰਸਾਰ ਵਿੱਚ ਲੱਖਾਂ ਬੱਚੇ ਇੱਕੋ ਵਾਰ ਪੈਦਾ ਹੁੰਦੇ ਨੇ, ਲੱਖਾਂ ਲੋਕ ਇੱਕੇ ਵਾਰ ਸੰਸਾਰ ਤੋਂ ਜਾਂਦੇ ਵੀ ਨੇ, ਪਰ ਲਾਭ ਲੈ ਕੇ ਸੰਸਾਰ ਤੋਂ, ਇਸ ਭਵ ਸਾਗਰ ਨੂੰ ਤਰ ਕੇ ਸੰਸਾਰ ਤੋਂ ਕੋਈ ਕੋਈ ਜਾਂਦਾ ਹੈ। ਅਕਸਰ ਹੀ ਜਿਹੜੇ ਮਨਮੁਖ ਨੇ ਉਹ ਆਪਣਾ ਮੂਲ ਵੀ ਗਵਾ ਕੇ ਸੰਸਾਰ ਤੋਂ ਚਲੇ ਜਾਂਦੇ ਨੇ। ਭਾਵ ਜੋ ਇਸ ਸਵਾਸਾਂ ਦੀ ਪੂੰਜੀ ਪਰਮੇਸ਼ਰ ਨੇ ਦਿੱਤੀ, ਇਹ ਜਿਹੜਾ ਸਰੀਰ ਸੀ ਇਹ ਪਰਮੇਸ਼ਰ ਨੇ ਦਿੱਤਾ, ਇਹ ਇੰਨਾ ਵਧੀਆ ਸਮਾਂ ਸਾਨੂੰ ਪਰਮੇਸ਼ਰ ਨੇ ਦਿੱਤਾ। ਉਹ ਦਿੱਤਾ ਕਿਸ ਕਰਕੇ ਹੈ ਕਿ ਅਸੀਂ ਇਸ ਰਸਨਾ ਦੇ ਨਾਲ ਬੰਦਗੀ ਕਰ ਸਕੀਏ, ਇਹਨਾਂ ਅੱਖਾਂ ਦੇ ਨਾਲ ਸਤਿਗੁਰਾਂ ਦੇ ਸੰਗਤ ਦੇ ਦਰਸ਼ਨ ਕਰ ਸਕੀਏ, ਬਾਣੀ ਪੜ੍ਹ ਸਕੀਏ, ਇਹਨਾਂ ਹੱਥਾਂ ਦੇ ਨਾਲ ਸੇਵਾ ਕਰ ਸਕੀਏ, ਇਹਨਾਂ ਪੈਰਾਂ ਦੇ ਨਾਲ ਚੱਲ ਕੇ ਸੰਗਤ ਦੇ ਵਿੱਚ ਜਾ ਸਕੀਏ, ਇਹਨਾਂ ਕੰਨਾਂ ਦੇ ਨਾਲ ਅਸੀਂ ਪਰਮੇਸ਼ਰ ਦਾ ਜਸ ਸਰਵਣ ਕਰ ਸਕੀਏ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਸਾਨੂੰ ਇਹ ਸਾਰੇ ਇੰਦਰੀਆਂ ਦੇ ਉੱਤੇ ਸਤਿਗੁਰਾਂ ਨੇ ਪੌੜੀਆਂ ਦਾ ਉਚਾਰਨ ਕੀਤਾ। ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਣਨੈ ਨੋ ਪਠਾਏ, ਸੱਚ ਹੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਤੇ ਅਖੀਰ ਸਤਿਗੁਰੂ ਕਹਿੰਦੇ ਇਹ ਸ਼ਰੀਰਾ ਮੇਰਿਆ ਇਸ ਜੱਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ। ਗੁਰਮੁਖੋ, ਇਹ ਸਰੀਰ ਸਾਨੂੰ ਪਰਮਾਤਮਾ ਨੇ ਬੰਦਗੀ ਕਰਨ ਵਾਸਤੇ ਬਖਸ਼ਿਸ਼ ਕੀਤਾ। ਸਿਆਣੇ ਕਹਿੰਦੇ ਨੇ ਕਿ 7.5 ਅਰਬ ਸਾਲਾਂ ਬਾਅਦ, 750 ਕਰੋੜ ਸਾਲਾਂ ਦੇ ਬਾਅਦ ਇਹ ਮਨੁੱਖਾਂ ਦੇ ਹੀ ਜੇਕਰ 84 ਲੱਖ ਜੂਨਾਂ ਦਾ ਜਿਨ੍ਹਾਂ ਨੇ ਮੁਲਾਂਕਣ ਕੀਤਾ ਹੈ, ਉਹ ਕਹਿੰਦੇ ਕਿ 7.5 ਅਰਬ ਸਾਲਾਂ ਬਾਅਦ ਇਹ ਮਨੁੱਖਾਂ ਦੇ ਹੀ ਮਿਲਦੀ ਹੈ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਸਤਿਗੁਰੂ ਮਿਹਰਾਮਤ ਕਰਨ ਵਿਛੜੀ ਹੋਈ ਆਤਮਾ ਸਰਦਾਰ ਕਰਮ ਸਿੰਘ ਜੀ ਬਾਜਵਾ, ਜਿਨ੍ਹਾਂ ਨੂੰ ਸਦੀਵ ਕਾਲ ਆਪਣੇ ਚਰਨਾਂ 'ਚ ਨਿਵਾਸ ਦੇਣ, ਪਰਿਵਾਰ ਨੂੰ, ਸਕੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਿਸ਼ ਕਰਨ। ਦੇਸ਼ਾਂ ਪ੍ਰਦੇਸ਼ਾਂ ਵਿੱਚ ਸਤਿਗੁਰੂ ਅੰਗ ਸੰਗ ਹੋ ਕੇ ਪਰਿਵਾਰ ਦੀ ਸਹਾਇਤਾ ਕਰਨ। ਪਰਿਵਾਰ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਐਡਵੋਕੇਟ ਜਸਦੀਪ ਸਿੰਘ, ਜੋ ਬਹੁਤ ਪਿਆਰਾ ਬੱਚਾ ਹੈ ਔਰ ਸਾਡੇ ਸਭ ਦੇ ਨਾਲ ਬਹੁਤ ਪਿਆਰ ਕਰਦਾ ਹੈ, ਔਰ ਸਰਦਾਰ ਲਖਵਿੰਦਰ ਸਿੰਘ ਜੀ ਕੁਰਸ਼ੇਤਰ ਵਾਲੇ, ਉਹਨਾਂ ਵੱਲੋਂ ਹੁਕਮ ਹੋਇਆ ਤੇ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ ਔਰ ਬਾਜਵਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਇਸ ਪਾਵਨ ਅਸਥਾਨ 'ਤੇ ਪਹੁੰਚੇ ਹਾਂ। ਸਤਿਗੁਰੂ ਮਿਹਰ ਕਰਨ। ਫੇਰ ਤੋਂ ਅਰਦਾਸ ਹੈ, ਸੰਗਤ ਵੀ ਇਹੋ ਅਰਦਾਸ ਕਰੇ ਕਿ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਸਤਿਗੁਰੂ ਮਿਹਰ ਕਰਨ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨਵਾਦ। ਅਕਾਲ ਤਖਤ ਸਾਹਿਬ ਦੇ ਜਥੇਦਾਰ